ਪੰਜਾਬੀ ਲਾਇਬ੍ਰੇਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਅੱਜ ਮੈਂ ਮਨਪ੍ਰੀਤ ਰਤੀਆ ਤੁਹਾਨੂੰ ਗੁਆਚਿਆ ਖ਼ਵਾਬ ਦਾ ਦੂਜਾ ਭਾਗ ਪੜ੍ਹ ਕੇ ਸੁਣਾਵਾਂਗੀ, ਜਿਸ ਨੂੰ ਲਿਖਿਆ ਹੈ ਮਨਪ੍ਰੀਤ ਸਿੱਧੂ ਜੀ ਨੇ। ਬੱਸ ਆਉਂਦੀ ਹੈ ਤੇ ਜੱਸੀ ਬੱਸ ਵਿੱਚ ਚੜ੍ਹ ਜਾਂਦੀ ਹੈ। ਉਸਨੂੰ ਵਿਚਾਲੇ ਜਿਹੀ ਇੱਕ ਸੀਟ ਵੀ ਮਿਲ ਜਾਂਦੀ। ਜੱਸੀ ਅਤੇ ਮੰਨੂ ਸੀਟ 'ਤੇ ਬੈਠ ਜਾਂਦੇ ਹਨ। ਮੰਨੂ ਦੇ ਨਾਮ ਤੋਂ ਜੱਸੀ ਨੂੰ ਪ੍ਰੀਤ ਯਾਦ ਆਉਂਦਾ ਹੈ। ਉਂਝ ਉਹ ਜਦੋਂ ਵੀ ਮੰਨੂ ਨੂੰ ਵੇਖਦੀ ਹੈ, ਉਸਦੇ ਦਿਲ ਨੂੰ ਪ੍ਰੀਤ ਦੀ ਯਾਦ ਆ ਛੇੜਦੀ ਹੈ ਅਤੇ ਜੱਸੀ ਆਪਣੇ ਉਹਨਾਂ ਖੂਬਸੂਰਤ ਪਲਾਂ ਨੂੰ ਯਾਦ ਕਰਦੀ ਹੈ ਜੋ ਉਹਨਾਂ ਦੋਵਾਂ ਨੇ ਇਕੱਠੇ ਬਿਤਾਏ ਸਨ। ਅੱਜ ਵੀ ਕੁਝ ਅਜਿਹਾ ਹੋ ਰਿਹਾ ਸੀ। ਜਦੋਂ ਜੱਸੀ ਪਹਿਲੇ ਦਿਨ ਕਾਲਜ ਗਈ ਸੀ ਤਾਂ ਉਸਦੀ ਪਹਿਲੀ ਮੁਲਾਕਾਤ ਪ੍ਰੀਤ ਨਾਲ ਹੋਈ ਸੀ। BCA ਵਿੱਚ ਦਾਖਲਾ ਲੈਣ ਤੋਂ ਬਾਅਦ ਇਹ ਉਸਦਾ ਪਹਿਲਾ ਦਿਨ ਸੀ। ਉਸਦੇ ਮਨ ਵਿੱਚ ਕਿੰਨੇ ਹੀ ਚਾਅ ਸਨ। ਘਰ ਨਾਮ ਦੇ ਕੈਦਖਾਨੇ ਵਿੱਚੋਂ ਪਹਿਲੀ ਵਾਰ ਉਹ ਬਾਹਰ ਗਈ ਸੀ, ਜਿੱਥੇ ਉਸਦੀ ਮਤਰੇਈ ਮਾਂ ਦੀ ਹਕੂਮਤ ਅਤੇ ਝਿੜਕ ਨਹੀਂ ਸੀ। ਜੱਸੀ ਦੇ ਪਹਿਲੀ ਉਡਾਰੀ ਸੀ ਜੋ ਉਸਨੇ ਘਰੋਂ ਮਿੰਨਤਾਂ ਕਰਕੇ ਉੱਡੀ ਸੀ। ਉਸਨੂੰ ਸਭ ਕੁਝ ਬਹੁਤ ਖੂਬਸੂਰਤ ਲੱਗ ਰਿਹਾ ਸੀ। ਕਾਲਜ ਦੇ ਗੇਟ ਤੋਂ ਲੰਘ ਕੇ ਥੋੜ੍ਹੀ ਅੱਗੇ ਹੀ ਇਮਾਰਤ ਸੀ, ਜਿਸ ਵਿੱਚ ਕਿ ਪ੍ਰਿੰਸੀਪਲ ਆਫਿਸ ਅਤੇ ਕਲਰਕ ਦਾ ਕਮਰਾ ਸੀ। ਜੱਸੀ ਉੱਥੇ ਇੱਕ ਲੜਕੀ ਤੋਂ BCA ਡਿਪਾਰਟਮੈਂਟ ਬਾਰੇ ਪੁੱਛਦੀ ਹੈ। ਉਹ ਲੜਕੀ ਉਸਨੂੰ ਇੱਕ ਕੋਰੀਡੋਰ ਵਿੱਚੋਂ ਲੰਘ ਕੇ ਅੱਗੇ ਬਣੇ ਗੇਟ ਵੱਲ ਇਸ਼ਾਰਾ ਕਰਦੀ ਹੈ। ਜੱਸੀ ਉਸੇ ਰਸਤੇ ਹੁੰਦੀ ਹੋਈ ਉਹ ਗੇਟ ਵਿੱਚੋਂ ਲੰਘਦੀ ਹੈ ਅਤੇ ਸਾਹਮਣੇ ਹੀ BCA ਅਤੇ BBA ਡਿਪਾਰਟਮੈਂਟ ਦਾ ਬੋਰਡ ਲੱਗਿਆ ਹੋਇਆ ਸੀ ਅਤੇ ਬੋਰਡ ਤੋਂ ਅੱਗੇ ਹੀ 2 ਮੰਜ਼ਿਲ ਇਮਾਰਤ ਬਣੀ ਹੋਈ, ਜਿਸ ਦੇ ਇੱਕ ਪਾਸੇ ਪੌੜੀਆਂ ਬਣੀਆਂ ਹੋਈਆਂ ਸਨ। BCA ਡਿਪਾਰਟਮੈਂਟ ਪਹਿਲੀ ਮੰਜ਼ਿਲ 'ਤੇ ਸੀ। ਜੱਸੀ ਉੱਥੋਂ ਪੌੜੀਆਂ ਚੜ੍ਹ ਕੇ ਉੱਪਰ ਪਹੁੰਚਦੀ ਉਸੇ ਵਕਤ ਪ੍ਰੀਤ ਉਸਦੇ ਨਾਲ ਟਕਰਾਉਂਦਾ ਹੈ, ਜਿਸ ਨਾਲ ਜੱਸੀ ਹੇਠਾਂ ਡਿੱਗ ਜਾਂਦੀ ਹੈ। ਦਰਅਸਲ ਪ੍ਰੀਤ ਆਪਣੀ ਦੋਸਤ ਨਿੱਕੀ ਤੋਂ ਭੱਜ ਰਿਹਾ ਸੀ, ਕਿਉਂਕਿ ਨਿੱਕੀ ਉਸਨੂੰ ਮਾਰਨ ਲਈ ਪਿੱਛੇ ਆ ਰਹੀ ਸੀ। ਜੱਸੀ ਉੱਠ ਕੇ ਪ੍ਰੀਤ ਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖਦੀ ਹੈ। ਪ੍ਰੀਤ ਉਸਨੂੰ ਸੌਰੀ ਕਹਿੰਦਾ। ਇੰਨੇ ਨੂੰ ਹੀ ਨਿੱਕੀ ਪਿੱਛੋਂ ਉਸਦੇ ਸਿਰ 'ਤੇ ਕਾਪੀ ਮਾਰਦੀ। ਉਹ ਦੋਵੇਂ ਇੱਕ ਦੂਜੇ ਨਾਲ ਝਗੜਦੇ ਹੋਏ ਅੱਗੇ ਲੱਗ ਜਾਂਦੇ। ਜੱਸੀ ਹਜੇ ਵੀ ਪ੍ਰੀਤ ਨੂੰ ਗੁੱਸੇ ਭਰੇ ਨਜ਼ਰਾਂ ਨਾਲ ਵੇਖ ਰਹੀ ਸੀ। ਫਿਰ ਉੱਥੇ ਪ੍ਰਿਤਪਾਲ ਅਤੇ ਅਮਨ ਆਉਂਦੇ ਹਨ। ਅਮਨ ਇੱਕ ਸਾਂਵਲੇ ਜਿਹੇ ਰੰਗ ਦੀ ਪਤਲੀ ਜਿਹੀ ਕੁੜੀ ਸੀ। ਉਹ ਹੱਸਦੇ ਹੋਏ ਕਹਿੰਦੀ ਹੈ ਕਿ ਇਹਨਾਂ ਦੋਵਾਂ ਦੀ ਲੜਾਈ ਨਹੀਂ ਮੁੱਕਣੀ, ਹਰ ਵੇਲੇ ਇੱਕ ਦੂਸਰੇ ਨੂੰ ਤੰਗ ਕਰਨ 'ਤੇ ਲੱਗੇ ਰਹਿੰਦੇ। ਪ੍ਰਿਤਪਾਲ ਅਤੇ ਅਮਨ ਜੱਸੀ ਤੋਂ ਮਾਫ਼ੀ ਮੰਗਦੇ ਹਨ ਅਤੇ ਜੱਸੀ ਉਹਨਾਂ ਤੋਂ ਆਪਣੀ ਕਲਾਸ ਬਾਰੇ ਪੁੱਛਦੀ ਹੈ ਅਤੇ ਉਹਨਾਂ ਤੋਂ ਜੱਸੀ ਨੂੰ ਪਤਾ ਲੱਗਦਾ ਹੈ ਕਿ ਇਸ ਦਾ ਹੁਣ ਵਾਲਾ ਲੈਕਚਰ ਤਾਂ ਫ੍ਰੀ ਹੈ। ਅਮਨ ਉਸਨੂੰ ਉਹਨਾਂ ਦੇ ਨਾਲ ਜਾਣ ਲਈ ਕਹਿੰਦੀ, ਪਰ ਜੱਸੀ ਉਹਨਾਂ ਨੂੰ ਮਨਾ ਕਰ ਦਿੰਦੀ ਹੈ। ਕੰਡਕਟਰ ਦੀ ਆਵਾਜ਼ ਨਾਲ ਜੱਸੀ ਆਪਣੇ ਖਿਆਲਾਂ ਵਿੱਚੋਂ ਬਾਹਰ ਆਉਂਦੀ ਹੈ ਅਤੇ ਇੱਕ ਟਿਕਟ ਬਠਿੰਡਾ ਦੀ ਕਟਵਾਉਂਦੀ ਹੈ। ਜੱਸੀ ਹੁਣ ਆਪਣੇ ਆਉਣ ਵਾਲੇ ਵਕਤ ਬਾਰੇ ਸੋਚ ਰਹੀ ਸੀ, ਕਿਉਂਕਿ ਉਸਦੇ ਪੇਕੇ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਉਸਦੀ ਮਤਰੇਈ ਮਾਂ ਹੀ ਉਸਦੇ ਗਲ ਪੈ ਜਾਵੇਗੀ। ਪਰ ਹੁਣ ਉਸਦੇ ਕੋਲ ਜਾਣ ਲਈ ਕੋਈ ਹੋਰ ਥਾਂ ਨਹੀਂ ਸੀ। ਜੱਸੀ ਆਪਣੇ ਪੇਕੇ ਪਹੁੰਚ ਜਾਂਦੀ। ਉਹ ਗੇਟ ਵਿੱਚ ਲੰਘ ਕੇ ਸਾਹਮਣੇ ਬਰਾਂਡੇ ਵਿੱਚ ਪਏ ਮੰਜੇ 'ਤੇ ਬੈਠ ਜਾਂਦੀ ਹੈ। ਇੰਨੇ ਵਕਤ ਨੂੰ ਹੀ ਉਸਦੀ ਮਾਂ ਇੱਕ ਕਮਰੇ ਵਿੱਚੋਂ ਬਾਹਰ ਆਉਂਦੀ ਹੈ। ਉਹ ਜੱਸੀ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਹੈ। ਜੱਸੀ ਨੂੰ ਦੇਖ ਉਹ ਸਮਝ ਜਾਂਦੀ ਹੈ ਕਿ ਇਹ ਘਰ ਛੱਡ ਆਈ ਹੈ। ਉਹ ਜੱਸੀ ਨੂੰ ਕਹਿੰਦੀ ਹੈ, ਤੇਰੇ ਵਸਣ ਵਾਲੇ ਲੱਛਣ ਹੈ ਨਹੀਂ। ਪਤਾ ਨਹੀਂ ਇਹਦੀ ਮਾਂ ਨੇ ਕਿਹੜੀ ਗੁੜਤੀ ਦਿੱਤੀ ਹੈ। ਇਸਨੂੰ ਨਿੱਤੀ ਆ ਜਾਂਦੀ ਹੈ ਝੋਲਾ ਚੱਕ ਕੇ। ਜੱਸੀ ਉਸਦੀਆਂ ਗੱਲਾਂ ਸੁਣਦੀ ਹੈ ਪਰ ਕੁਝ ਵੀ ਨਹੀਂ ਬੋਲਦੀ। ਉਹ ਇੱਕ ਤੋੜੇ ਵਿੱਚੋਂ ਪਾਣੀ ਦਾ ਗਲਾਸ ਭਰਦੀ ਹੈ ਅਤੇ ਆਪਣੀ ਧੀ ਮੰਨੂ ਨੂੰ ਪਿਲਾਉਂਦੀ ਹੈ। ਕੁਝ ਸਮੇਂ ਬਾਅਦ ਹੀ ਉਸਦਾ ਬਾਪ ਆ ਜਾਂਦਾ ਹੈ। ਉਹ ਜੱਸੀ ਤੋਂ ਪੁੱਛਦਾ ਹੈ ਤਾਂ ਜੱਸੀ ਉਸਨੂੰ ਸਾਰੀ ਗੱਲ ਦੱਸਦੀ, ਪਰ ਉਹ ਫਿਰ ਤੋਂ ਉਸਨੂੰ ਉਹੀ ਸਮਝਾਉਣ ਲੱਗ ਜਾਂਦਾ ਕਿ ਘਰਾਂ ਵਿੱਚ ਕਲੇਸ਼ ਚੱਲਦਾ ਰਹਿੰਦਾ, ਪਰ ਇੰਝ ਘਰ ਛੱਡ ਕੇ ਨਹੀਂ ਆਈਦਾ। ਜੱਸੀ ਇਹ ਸੁਣ ਕੇ ਹੈਰਾਨ ਹੋ ਜਾਂਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਉਸਨੂੰ ਸਮਝਾ ਰਿਹਾ ਹੈ। ਜੱਸੀ ਗੁੱਸੇ ਵਿੱਚ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਉਹ ਉਸਦਾ ਤਲਾਕ ਕਰਵਾ ਦੇਣ। ਉਸਦੀ ਗੱਲ ਸੁਣ ਕੇ ਉਸਦੀ ਮਤਰੇਈ ਮਾਂ ਬੋਲਦੀ ਹੈ, ਤਲਾਕ ਕਰਵਾ ਕੇ ਸਾਰੀ ਉਮਰ ਸਾਡੇ ਸਿਰ 'ਤੇ ਬੈਠਣਾ ਇਸਨੇ। ਜੱਸੀ ਦਾ ਪਿਤਾ ਉਸਨੂੰ 2 ਦਿਨ ਰੁਕਣ ਲਈ ਕਹਿੰਦਾ ਤਾਂ ਕਿ ਉਹ ਵਕੀਲ ਲੱਭ ਕੇ ਜੱਸੀ ਉਸਦੀ ਗੱਲ ਮੰਨ ਜਾਂਦੀ ਹੈ। ਜੱਸੀ ਇੱਕ ਕਮਰੇ ਵਿੱਚ ਜਾਂਦੀ ਅਤੇ ਉੱਥੇ ਪਏ ਇੱਕ ਟਰੰਕ ਨੂੰ ਖੋਲ੍ਹਦੀ ਹੈ, ਜਿਸ ਵਿੱਚ ਉਸਦੀ ਮਾਂ ਦੀ ਤਸਵੀਰ ਪਈ ਸੀ।
ਉਹ ਤਸਵੀਰ ਨੂੰ ਗਲ ਲਾ ਕੇ ਰੋਣ ਲੱਗ ਜਾਂਦੀ ਹੈ। ਸ਼ਾਇਦ ਜੇਕਰ ਉਸਦੀ ਮਾਂ ਜਿਉਂਦੀ ਹੁੰਦੀ ਤਾਂ ਉਸਨੂੰ ਇਹ ਦਿਨ ਨਾ ਦੇਖਣਾ ਪੈਂਦਾ। ਉਸਦੀ ਮਾਂ ਉਸਦੇ ਦੁੱਖ ਵਿੱਚ ਜ਼ਰੂਰ ਉਸ ਨਾਲ ਖੜਦੀ। ਫਿਰ ਉਸਦੀ ਨਜ਼ਰ ਵਿੱਚ ਹੋਰ ਤਸਵੀਰ ਪੈਂਦੀ ਹੈ ਜੋ ਕਿ ਉਸਦੇ ਕਾਲਜ ਦੇ ਗਰੁੱਪ ਫੋਟੋ ਸੀ ਅਤੇ ਉਸਦੀ ਸੋਚ ਫਿਰ ਤੋਂ ਉਸਦੇ ਕਾਲਜ ਵਿੱਚ ਪਹੁੰਚ ਜਾਂਦੀ ਹੈ। ਕਾਲਜ ਵਿੱਚ ਉਸਨੂੰ 6 ਮਹੀਨੇ ਹੋ ਗਏ ਸਨ। ਪ੍ਰੀਤਪਾਲ, ਅਮਨਪ੍ਰੀਤ ਅਤੇ ਨਿੱਕੀ ਉਸਦੇ ਚੰਗੇ ਦੋਸਤ ਬਣ ਗਏ ਸਨ, ਪਰ ਪ੍ਰੀਤ ਨਾਲ ਉਸਦੀ ਅਲੱਗ ਹੀ ਨਾਰਾਜ਼ਗੀ ਰਹਿੰਦੀ ਸੀ। ਸ਼ਾਇਦ ਪ੍ਰੀਤ ਉਸਨੂੰ ਚੰਗਾ ਨਹੀਂ ਸੀ ਲੱਗਦਾ। ਉਸਨੂੰ ਉਹ ਇੱਕ ਵਿਗੜਿਆ ਮੁੰਡਾ ਲੱਗਦਾ ਸੀ ਜੋ ਕਾਲਜ ਵਿੱਚ ਸਿਰਫ ਐਸ਼ ਕਰਨ ਆਉਂਦਾ ਸੀ। ਇਸੇ ਕਰਕੇ ਉਸਦੀ ਪ੍ਰੀਤ ਨਾਲ ਕਦੇ ਵੀ ਨਹੀਂ ਬਣੀ। ਪਰ ਇੱਕ ਦਿਨ ਉਸਦਾ ਇਹ ਵਹਿਮ ਵੀ ਟੁੱਟ ਜਾਂਦਾ ਜਦੋਂ ਪ੍ਰੀਤਪਾਲ ਤੋਂ ਇਹ ਪਤਾ ਲੱਗਦਾ ਕਿ ਪ੍ਰੀਤ ਕੋਈ ਅਮੀਰ ਲੜਕਾ ਨਹੀਂ ਬਲਕਿ ਆਮ ਪਰਿਵਾਰ ਦਾ ਮੁੰਡਾ ਹੈ ਜੋ ਦਿਨ ਵੇਲੇ ਕਾਲਜ ਆਉਂਦਾ ਤੇ ਰਾਤ ਨੂੰ ਇੱਕ ਫੈਕਟਰੀ ਵਿੱਚ ਗਾਰਡ ਦੀ ਨੌਕਰੀ ਕਰਦਾ, ਜਿਸ ਵਜ੍ਹਾ ਨਾਲ ਪ੍ਰੀਤ ਕਾਲਜ ਵਿੱਚ ਘੱਟ ਹੀ ਆਉਂਦਾ। ਇਹ ਸੁਣ ਕੇ ਜੱਸੀ ਦੇ ਮਨ ਵਿੱਚ ਪ੍ਰੀਤ ਦੀ ਥੋੜ੍ਹੀ ਜਿਹੀ ਜਗ੍ਹਾ ਬਣਦੀ ਹੈ। ਜੱਸੀ ਦੀ ਪ੍ਰੀਤ ਨਾਲ ਹਮਦਰਦੀ ਵੱਧ ਜਾਂਦੀ ਹੈ। ਇਸ ਦੇ 1-2 ਮਹੀਨਿਆਂ ਬਾਅਦ ਜੱਸੀ ਦੇ ਮਨ ਵਿੱਚ ਪ੍ਰੀਤ ਲਈ ਪਿਆਰ ਜਨਮ ਲੈਂਦਾ ਹੈ, ਪਰ ਉਹ ਇਸ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਦੱਸਦੀ। ਪਰ ਹੁਣ ਉਸਨੂੰ ਪ੍ਰੀਤ ਕੋਲ ਬੈਠਣਾ, ਉਸ ਨਾਲ ਗੱਲਾਂ ਕਰਨਾ ਚੰਗਾ ਲੱਗਦਾ ਸੀ। ਉਹ ਹਰ ਵਕਤ ਪ੍ਰੀਤ ਨਾਲ ਗੱਲ ਕਰਨ ਦੇ ਬਹਾਨੇ ਲੱਭਦੀ ਸੀ। ਅਮਨ ਉਸਦੇ ਮਨ ਦੀ ਗੱਲ ਸਮਝ ਗਈ ਸੀ ਅਤੇ ਉਹ ਇਸ ਬਾਰੇ ਪ੍ਰੀਤਪਾਲ ਨਾਲ ਵੀ ਗੱਲ ਕਰਦੀ ਹੈ, ਪਰ ਪ੍ਰੀਤ ਨੂੰ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੁੰਦਾ। ਇੱਕ ਦਿਨ ਅਮਨ ਅਤੇ ਪ੍ਰੀਤਪਾਲ ਇੱਕ ਯੋਜਨਾ ਬਣਾਉਂਦੇ ਹਨ ਕਿ ਉਹ ਜੱਸੀ ਤੇ ਪ੍ਰੀਤ ਨੂੰ ਇਕੱਲਾ ਛੱਡਣਗੇ। ਉਹ ਕਾਲਜ ਦੇ ਗਰਾਊਂਡ ਵਿੱਚ ਪ੍ਰੀਤ ਨੂੰ ਤੇ ਜੱਸੀ ਨੂੰ ਬੁਲਾਉਂਦੇ ਹਨ, ਪਰ ਖੁਦ ਉੱਥੇ ਨਹੀਂ ਆਉਂਦੇ। ਜੱਸੀ ਅਤੇ ਪ੍ਰੀਤ ਇੱਕ ਬੈਂਚ ਉੱਤੇ ਬੈਠ ਜਾਂਦੇ ਨੇ, ਉਹਨਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ। ਇੰਨੇ ਵਕਤ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪ੍ਰੀਤ ਅਤੇ ਜੱਸੀ ਇੱਕ ਦੂਸਰੇ ਕੋਲ ਇਕੱਲੇ ਬੈਠੇ ਸਨ। ਜੱਸੀ ਬਹੁਤ ਖੁਸ਼ ਸੀ ਕਿ ਉਸਨੂੰ ਪ੍ਰੀਤ ਨਾਲ ਬਿਤਾਉਣ ਲਈ ਵਕਤ ਮਿਲਿਆ। ਉਹ ਦੋਵੇਂ ਗੱਲਾਂ ਕਰ ਰਹੇ ਸਨ। ਫਿਰ ਜੱਸੀ ਉਸ ਤੋਂ ਪੁੱਛਦੀ ਹੈ ਕਦੇ ਉਸਨੂੰ ਪਿਆਰ ਹੋਇਆ ਜਾਂ ਨਹੀਂ। ਪ੍ਰੀਤ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ, ਪਰ ਉਸ ਤੋਂ ਪੁੱਛਦਾ ਹੈ ਕਿ ਕਦੇ ਉਸਨੂੰ ਹੋਇਆ ਹੈ। ਜੱਸੀ ਮੱਧਮ ਜਿਹੀ ਆਵਾਜ਼ ਵਿੱਚ ਬੋਲਦੀ ਹੈ, ਮੈਨੂੰ ਜਿਹਦੇ ਨਾਲ ਹੋਇਆ ਉਹ ਤਾਂ ਮੇਰੇ ਕੋਲ ਹੀ ਬੈਠਾ। ਪ੍ਰੀਤ ਨੂੰ ਉਸਦੀ ਗੱਲ ਸੁਣ ਜਾਂਦੀ ਹੈ। ਉਹ ਹੈਰਾਨੀ ਨਾਲ ਕਹਿੰਦਾ, ਕੀ? ਜੱਸੀ ਉਸਨੂੰ ਟਾਲਣ ਦੀ ਕੋਸ਼ਿਸ਼ ਕਰਦੀ ਹੈ। ਪ੍ਰੀਤ ਉਸ ਤੋਂ ਪੁੱਛਦਾ ਹੈ ਕਿ ਉਸਨੇ ਕਿਸ ਦੇ ਬਾਰੇ ਕਿਹਾ ਸੀ। ਪ੍ਰੀਤ ਦੇ ਜ਼ਿਆਦਾ ਜ਼ੋਰ ਪਾਉਣ 'ਤੇ ਜੱਸੀ ਉਸਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦੀ ਹੈ। ਉਸਦੀ ਗੱਲ ਸੁਣ ਕੇ ਪ੍ਰੀਤ ਨੂੰ ਵੱਖਰਾ ਹੀ ਚਾਅ ਚੜ੍ਹ ਜਾਂਦਾ। ਉਸਦੇ ਚਿਹਰੇ 'ਤੇ ਅਜੀਬ ਜਿਹੀ ਚਮਕ ਆ ਗਈ ਸੀ। ਉਹ ਜੱਸੀ ਨੂੰ ਦੱਸਦਾ ਹੈ ਕਿ ਉਸਨੂੰ ਪਹਿਲੇ ਦਿਨ ਤੋਂ ਹੀ ਜੱਸੀ ਚੰਗੀ ਲੱਗਦੀ ਸੀ, ਪਰ ਉਸਨੇ ਕਦੇ ਦੱਸਿਆ ਨਹੀਂ। ਉਸਨੂੰ ਲੱਗਦਾ ਸੀ ਕਿ ਜੱਸੀ ਨੂੰ ਉਹ ਚੰਗਾ ਮੁੰਡਾ ਨਹੀਂ ਲੱਗਦਾ। ਜੱਸੀ ਉਸਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੀ ਹੈ, ਕਿਉਂਕਿ ਉਸਨੂੰ ਕੋਈ ਵੀ ਉਮੀਦ ਨਹੀਂ ਸੀ ਕਿ ਪ੍ਰੀਤ ਦੇ ਦਿਲ ਵਿੱਚ ਉਸ ਲਈ ਕੋਈ ਥਾਂ ਵੀ ਹੋਵੇਗੀ। ਦੋਵੇਂ ਇੱਕ ਦੂਸਰੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਹਨ। ਫਿਰ ਅਮਨ ਤੇ ਪ੍ਰੀਤਪਾਲ ਉੱਥੇ ਆਉਂਦੇ ਤੇ ਜੱਸੀ ਨੂੰ ਹਲਕਾ ਜਿਹਾ ਪ੍ਰੀਤ ਦਾ ਨਾਮ ਲੈ ਕੇ ਛੇੜਦੇ ਨੇ, ਜਿਸ ਨਾਲ ਜੱਸੀ ਸੰਗ ਜਾਂਦੀ ਹੈ। ਪਿੱਛੋਂ ਆਵਾਜ਼ ਆਉਂਦੀ ਹੈ, ਨੀ ਅੰਦਰ ਵੜ ਕੇ ਬਹਿ ਗਈ, ਬਾਹਰ ਆ ਜਾ, ਮਾੜਾ ਮੋਟਾ ਕੰਮ ਕਰਵਾ ਦੇ ਮੇਰੇ ਨਾਲ। ਜੱਸੀ ਦੋਵੇਂ ਤਸਵੀਰਾਂ ਰੱਖ ਕੇ ਬਾਹਰ ਆਉਂਦੀ ਹੈ ਅਤੇ ਕੰਮ ਵਿੱਚ ਹੱਥ ਵਟਾਉਣ ਲੱਗਦੀ ਹੈ। ਇੱਕ ਹਫ਼ਤੇ ਬਾਅਦ ਜੱਸੀ ਦੇ ਤਲਾਕ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਵਕੀਲ ਉਹਨਾਂ ਦਾ ਕੇਸ ਕੋਰਟ ਵਿੱਚ ਲਾਉਂਦਾ ਹੈ ਅਤੇ 3-4 ਮਹੀਨਿਆਂ ਵਿੱਚ ਉਹਨਾਂ ਦਾ ਤਲਾਕ ਹੋ ਜਾਂਦਾ ਹੈ ਅਤੇ ਮੰਨੂ ਦੀ ਕਸਟਡੀ ਜੱਸੀ ਨੂੰ ਮਿਲ ਜਾਂਦੀ ਹੈ ਤੇ ਜੱਸੀ ਮੰਨੂ ਨਾਲ ਆਪਣੇ ਪੇਕੇ ਰਹਿਣ ਲੱਗ ਜਾਂਦੀ ਹੈ। ਪਰ ਜੱਸੀ ਦੀ ਪਰੇਸ਼ਾਨੀਆਂ ਇੱਥੇ ਖਤਮ ਨਹੀਂ ਹੋਣਾ ਸੀ। ਹੁਣ ਉਸ 'ਤੇ ਜ਼ਿੰਮੇਦਾਰੀਆਂ ਵੀ ਵੱਧ ਗਈਆਂ ਸਨ ਅਤੇ ਉੱਪਰੋਂ ਉਸਦੀ ਮਤਰੇਈ ਮਾਂ ਨੇ ਵੀ ਉਸਦਾ ਜੀਣਾ ਹਰਾਮ ਕਰ ਦਿੱਤਾ ਸੀ। ਪਹਿਲਾਂ ਉਸਦਾ ਜੱਸੀ ਨਾਲ ਵਿਵਹਾਰ ਸਿਰਫ ਬੁਰਾ ਹੁੰਦਾ ਸੀ, ਪਰ ਹੁਣ ਉਸਨੇ ਜੱਸੀ ਨੂੰ ਇੱਕ ਨੌਕਰਾਨੀ ਸਮਝਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਹਾਲਤ ਬਦ ਤੋਂ ਬੱਤਰ ਹੋ ਗਈ ਸੀ। ਹੁਣ ਜੱਸੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਅਤੇ ਰਾਤ ਨੂੰ ਇੱਕ ਜ਼ਿੰਦਾ ਲਾਸ਼ ਦੀ ਤਰ੍ਹਾਂ ਸੋ ਜਾਂਦੀ। ਹਰ ਰੋਜ਼ ਸਵੇਰੇ ਉੱਠਣਾ, ਮਾਂ ਦੇ ਨਿੱਤ ਦੇ ਤਾਨੇ ਮਿਹਣੇ ਸੁਣ ਕੇ ਅਤੇ ਸਾਰਾ ਦਿਨ ਗੁਲਾਮਾਂ ਵਾਂਗ ਕੰਮ ਕਰਦੇ ਰਹਿਣਾ, ਇਹ ਉਸਦੀ ਹਰ ਰੋਜ਼ ਦੀ ਜ਼ਿੰਦਗੀ ਬਣ ਗਈ ਸੀ। ਜੇਕਰ ਪਿੰਡ ਵਿੱਚੋਂ ਕੋਈ ਆ ਜਾਂਦਾ ਤਾਂ ਉਹ ਜੱਸੀ ਦੇ ਤਲਾਕ ਲੈਣ 'ਤੇ 100 ਟਿੱਪਣੀਆਂ ਕਰਦਾ। ਸਾਰੇ ਲੋਕ ਜੱਸੀ ਨੂੰ ਆਪਣਾ ਹੀ ਘਰ ਪੱਟਣ ਵਾਲੀ ਕਹਿਣ ਲੱਗ ਗਏ ਸੀ।
ਪਰ ਇਹ ਲੋਕ ਜੋ ਉਸ ਤੋਂ ਉਂਗਲੀਆਂ ਚੱਕ ਰਹੇ ਸਨ, ਉਹ ਸ਼ਾਇਦ ਜੱਸੀ ਦੇ ਦਰ ਤੋਂ ਵਾਕਿਫ ਨਹੀਂ ਸਨ। ਇਹ ਲੋਕ ਕੀ ਜਾਣਨ ਕਿ ਇੱਕ ਨਸ਼ੇੜੀ ਨਾਲ ਰਹਿਣਾ ਕਿੰਨਾ ਮੁਸ਼ਕਿਲ ਹੁੰਦਾ ਹੈ, ਕਿੰਨਾ ਔਖਾ ਹੁੰਦਾ ਹੈ ਭੁੱਖੇ ਢਿੱਡ ਆਪਣੀ ਬੱਚੀ ਨੂੰ ਸੌਂਦੇ ਦੇਖਣਾ। ਲੋਕਾਂ ਕੋਲ ਸਿਰਫ ਗੱਲਾਂ ਹੁੰਦੀਆਂ ਹਨ, ਪਰ ਕੋਈ ਮਦਦ ਕਰਨ ਨਹੀਂ ਆਉਂਦਾ। ਇਹ ਲੋਕ ਨਹੀਂ ਜਾਣਦੇ ਕਿ ਜਦੋਂ ਘਰ-ਬਾਰ ਵਿਕ ਜਾਣ ਤਾਂ ਉਹ ਘਰ ਨੂੰ ਵਸਿਆ ਨਹੀਂ ਕਿਹਾ ਜਾਂਦਾ। ਇਹ ਲੋਕ ਜੋ ਕਹਿ ਰਹੇ ਸਨ ਕਿ ਜੱਸੀ ਆਪਣਾ ਘਰ ਤੋੜ ਆਈ ਹੈ, ਇਹ ਕਿਉਂ ਨਹੀਂ ਸਮਝਦੇ ਕਿ ਭੁੱਖੇ ਢਿੱਡ ਅਤੇ ਅਧਨੰਗੇ ਪਿੰਡਿਆਂ ਵਾਲੇ ਜੋ ਘਰ ਵਿੱਚ ਰਹਿੰਦੇ ਹਨ, ਉਹ ਘਰ ਵਸੇ ਨਹੀਂ ਹੁੰਦੇ, ਉਹ ਪਹਿਲਾਂ ਹੀ ਟੁੱਟ ਚੁੱਕੇ ਹੁੰਦੇ ਨੇ। ਇੱਟਾਂ ਦੀਆਂ ਬਣੀਆਂ ਕੰਧਾਂ ਵਿੱਚ ਆਪਣੇ ਬੰਦੇ ਤੋਂ ਛਿੱਤਰ ਖਾਂਦੇ ਰਹਿਣ ਵਾਲੀ ਔਰਤ ਦੇ ਘਰ ਨੂੰ ਕਦੇ ਵਸਿਆ ਨਹੀਂ ਕਿਹਾ ਜਾ ਸਕਦਾ। ਇਹ ਲੋਕ ਕੀ ਜਾਣਨ ਕਿ ਨਸ਼ੇੜੀ ਦੇ ਨਾਲ ਆਉਂਦੇ ਹੋਰ ਨਸ਼ੇੜੀ ਨਜ਼ਰਾਂ ਨਾਲ ਹੀ ਉਸਦੀ ਰੂਹ ਖਾ ਜਾਂਦੇ ਸੀ। ਲੋਕਾਂ ਦੀਆਂ ਗੱਲਾਂ ਸੁਣ ਕੇ ਜੱਸੀ ਇਹੋ ਸਭ ਕੁਝ ਆਪਣੇ ਮਨ ਵਿੱਚ ਸੋਚਦੀ ਹੈ ਤੇ ਅੰਦਰੋਂ ਅੰਦਰ ਹੀ ਕ੍ਰੋਧ ਨਾਲ ਭਰ ਜਾਂਦੀ, ਪਰ ਉਹ ਕੁਝ ਕਰ ਨਹੀਂ ਸਕਦੀ। ਜੱਸੀ ਇਹਨਾਂ ਮੁਸ਼ਕਿਲਾਂ ਨੂੰ ਸਹਿੰਦੀ ਹੋਈ ਵੀ ਆਪਣੀ ਬੱਚੀ ਨੂੰ ਪੜ੍ਹਾਉਣ ਦਾ ਫੈਸਲਾ ਕਰਦੀ ਹੈ। ਉਹ ਆਪਣੇ ਬਾਪ ਨਾਲ ਇਸ ਬਾਰੇ ਗੱਲ ਕਰਦੀ ਹੈ, ਪਰ ਉਸਦੀ ਮਾਂ ਇਸ ਦੇ ਖਿਲਾਫ ਹੋ ਜਾਂਦੀ ਹੈ। ਉਹ ਕਹਿੰਦੀ ਹੈ ਕਿ ਉਹਨਾਂ ਤੋਂ ਤਾਂ ਇਹਨਾਂ ਦੀ ਰੋਟੀ ਅਤੇ ਕੱਪੜਿਆਂ ਦਾ ਖਰਚਾ ਹੀ ਨਹੀਂ ਚੁੱਕਿਆ ਜਾਂਦਾ, ਉਸਦੀ ਧੀ ਦੀ ਪੜ੍ਹਾਈ ਦਾ ਖਰਚਾ ਕਿੱਥੋਂ ਚੁੱਕ ਲੈਣਗੇ। ਜੱਸੀ ਆਪਣੇ ਪਿਤਾ ਦੀਆਂ ਮਿੰਨਤਾਂ ਕਰਦੀ ਹੈ, ਪਰ ਉਸਦਾ ਪਿਤਾ ਵੀ ਸ਼ਾਇਦ ਉਸਦੀ ਮਾਂ ਦੇ ਪੱਖ ਦਾ ਹੋ ਗਿਆ ਸੀ। ਉਸਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਮੰਨੂ ਨੂੰ ਪੜ੍ਹਾਉਣ ਲਈ ਤਿਆਰ ਨਹੀਂ ਸੀ। ਉਸਦੇ ਬਾਪ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਸਦੇ ਤਲਾਕ 'ਤੇ ਹੀ ਬਹੁਤ ਖਰਚ ਹੋ ਗਿਆ ਸੀ। ਹੁਣ ਉਹ ਉਸਦੀ ਧੀ ਦੀ ਪੜ੍ਹਾਈ ਲਈ ਕਿੱਥੋਂ ਖਰਚ ਕਰੇ। ਜੱਸੀ ਦਾ ਪਿਤਾ ਮੰਨੂ ਨੂੰ ਸਰਕਾਰੀ ਸਕੂਲ ਵਿੱਚ ਲਾਉਣ ਲਈ ਕਹਿੰਦਾ ਹੈ, ਪਰ ਜੱਸੀ ਨੂੰ ਇਹ ਮਨਜ਼ੂਰ ਨਹੀਂ ਸੀ, ਕਿਉਂਕਿ ਸਰਕਾਰੀ ਸਕੂਲ ਵਿੱਚ ਮੰਨੂ ਦਾ ਸਿਰਫ ਨਾਮ ਹੀ ਦਰਜ ਹੋਵੇਗਾ, ਉਸਨੂੰ ਕੋਈ ਸਿੱਖਿਆ ਨਹੀਂ ਮਿਲੇਗੀ। ਜੱਸੀ ਦੇ ਸਹੁਰੇ ਪਿੰਡ ਵੀ ਮੰਨੂ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੀ ਸੀ ਅਤੇ ਮੰਨੂ ਨੂੰ ਕੁਝ ਵੀ ਨਹੀਂ ਸੀ ਆਉਂਦਾ, ਅਤੇ ਹੁਣ ਜੱਸੀ ਉਸਨੂੰ ਚੰਗੀ ਸਿੱਖਿਆ ਦੇਣੀ ਚਾਹੁੰਦੀ ਸੀ। ਇਸ ਲਈ ਉਹ ਮੰਨੂ ਨੂੰ ਪ੍ਰਾਈਵੇਟ ਸਕੂਲ ਵਿੱਚ ਭੇਜਣਾ ਚਾਹੁੰਦੀ ਸੀ, ਪਰ ਘਰ ਵਿੱਚ ਉਸਦੀ ਗੱਲ ਕੋਈ ਨਹੀਂ ਸੀ ਮੰਨ ਰਿਹਾ। 3-4 ਦਿਨ ਤੱਕ ਉਹ ਆਪਣੇ ਮਾਂ-ਬਾਪ ਨੂੰ ਮਨਾਉਣ ਦਾ ਯਤਨ ਕਰ ਰਹੀ ਸੀ, ਪਰ ਉਸਦੀ ਕੋਈ ਨਹੀਂ ਸੀ ਮੰਨ ਰਿਹਾ। ਫਿਰ ਉਸਨੂੰ ਪ੍ਰਿਤਪਾਲ ਦਾ ਖਿਆਲ ਆਉਂਦਾ ਹੈ। ਉਹ ਪ੍ਰਿਤਪਾਲ ਨੂੰ ਫੋਨ ਲਾਉਂਦੀ ਹੈ ਅਤੇ ਉਸਨੂੰ ਸਭ ਕੁਝ ਦੱਸ ਦਿੰਦੀ ਹੈ। ਉਹ ਪ੍ਰਿਤਪਾਲ ਨੂੰ ਕਹਿੰਦੀ ਹੈ ਕਿ ਉਹ ਉਸਦੀ ਧੀ ਨੂੰ ਬਠਿੰਡੇ ਵਾਲੇ ਸਕੂਲ ਵਿੱਚ ਲਵਾ ਦੇਵੇ ਅਤੇ ਜੱਸੀ ਉਸਨੂੰ ਹੀਲਾ ਵਸੀਲਾ ਕਰਕੇ ਫੀਸ ਭੇਜ ਦਿਆ ਕਰੇਗੀ। ਪ੍ਰਿਤਪਾਲ ਉਸ ਤੋਂ ਕੁਝ ਵਕਤ ਲੈ ਕੇ ਫੋਨ ਕੱਟ ਦਿੰਦਾ ਹੈ। ਜੱਸੀ ਦੀ ਆਖਰੀ ਉਮੀਦ ਹੁਣ ਪ੍ਰਿਤਪਾਲ ਹੀ ਸੀ। ਦੂਸਰੇ ਦਿਨ ਪ੍ਰਿਤਪਾਲ ਦਾ ਫੋਨ ਆਉਂਦਾ ਹੈ ਅਤੇ ਉਹ ਦੱਸਦਾ ਹੈ ਕਿ ਉਸਦਾ ਦੋਸਤ ਇੱਕ ਸਕੂਲ ਵਿੱਚ ਲੱਗਿਆ ਤੇ ਉਸਦੀ ਧੀ ਦਾ ਦਾਖਲਾ ਉਹ ਉੱਥੇ ਫ੍ਰੀ ਕਰਵਾ ਦੇਵੇਗਾ। ਜੱਸੀ ਨੂੰ ਉਸਦੀ ਗੱਲ ਅਜੀਬ ਲੱਗਦੀ ਹੈ ਕਿ ਪ੍ਰਾਈਵੇਟ ਸਕੂਲ ਵਾਲੇ ਫ੍ਰੀ ਵਿੱਚ ਦਾਖਲਾ ਕਿਵੇਂ ਦੇ ਦੇਣਗੇ, ਇਹ ਤਾਂ ਵੱਧ ਤੋਂ ਵੱਧ ਪੈਸਾ ਭਾਲਦੇ ਹਨ। ਪਰ ਪ੍ਰਿਤਪਾਲ ਉਸਨੂੰ ਕਹਿੰਦਾ ਹੈ ਕਿ ਉਸਦੇ ਦੋਸਤ ਦੀ ਪਹਿਚਾਣ ਉੱਪਰ ਤੱਕ ਹੈ, ਤਾਂ ਹੀ ਉਸਦੀ ਧੀ ਦਾ ਦਾਖਲਾ ਹੋ ਜਾਵੇਗਾ ਅਤੇ ਮੰਨੂ ਦੇ ਰਹਿਣ ਦਾ ਪ੍ਰਬੰਧ ਵੀ ਹੋਸਟਲ ਵਿੱਚ ਹੋ ਗਿਆ ਹੈ। ਜੱਸੀ ਆਪਣੇ ਮਾਂ-ਬਾਪ ਨੂੰ ਦੱਸਦੀ ਹੈ ਕਿ ਉਸਨੇ ਮੰਨੂ ਦਾ ਦਾਖਲਾ ਇੱਕ ਫ੍ਰੀ ਸਕੂਲ ਵਿੱਚ ਕਰਵਾ ਦਿੱਤਾ ਹੈ। ਜੱਸੀ ਦੀ ਮਾਂ ਇਹ ਕਹਿ ਕੇ ਹਾਮੀ ਭਰ ਦਿੰਦੀ ਹੈ ਕਿ ਚੰਗਾ ਹੋਇਆ, ਉਸਦੇ ਸਿਰੋਂ ਇੱਕ ਬਲਾ ਟਲ ਗਈ। ਦੂਸਰੇ ਦਿਨ ਹੀ ਪ੍ਰਿਤਪਾਲ ਮੰਨੂ ਨੂੰ ਲੈ ਜਾਂਦਾ ਹੈ। ਮੰਨੂ ਨੂੰ ਭੇਜ ਕੇ ਜੱਸੀ ਉਸਦੇ ਸੁੰਦਰ ਭਵਿੱਖ ਦੇ ਸੁਪਨੇ ਸਜਾਉਣ ਲੱਗਦੀ। ਉਸਨੂੰ ਫਿਰ ਤੋਂ ਆਪਣਾ ਵਕਤ ਯਾਦ ਆਉਂਦਾ ਹੈ। ਉਹ ਘਰ ਵਿੱਚ ਇੱਕ ਵੱਡੀ ਜੰਗ ਜਿੱਤ ਕੇ ਕਾਲਜ ਗਈ ਸੀ ਤੇ ਪਿਆਰ ਦੀ ਸਭ ਤੋਂ ਵੱਡੀ ਹਾਰ ਲੈ ਕੇ ਵਾਪਿਸ ਆਈ ਸੀ, ਜਿਸ ਹਾਰ ਨੇ ਜੱਸੀ ਨੂੰ ਵਿਆਹ ਤੋਂ ਬਾਅਦ ਵਾਲੇ ਖੂਹ ਵਿੱਚ ਧੱਕਾ ਦੇ ਦਿੱਤਾ। ਅਜਿਹਾ ਖੂਹ ਜਿਸਨੇ ਉਸਦੀ ਆਤਮਾ ਤੱਕ ਨੂੰ ਕੈਦੀ ਬਣਾ ਦਿੱਤਾ ਸੀ। ਉਸਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਉਹ ਪ੍ਰੀਤ ਨੂੰ ਛੱਡ ਕੇ ਆਈ ਸੀ। ਉਸਦੀ ਅਤੇ ਪ੍ਰੀਤ ਦੀ ਇਕੱਠਿਆਂ ਦੀ ਤਸਵੀਰ ਕਿਸੇ ਨੇ ਉਸਦੀ ਮਾਂ ਨੂੰ ਭੇਜ ਦਿੱਤੀ ਸੀ ਅਤੇ ਉਸਦੀ ਮਾਂ ਨੇ ਉਸਨੂੰ ਬਹੁਤ ਕੁੱਟਿਆ ਸੀ ਅਤੇ ਉਸਨੂੰ ਧਮਕੀ ਦਿੱਤੀ ਸੀ ਕਿ ਜਾਂ ਤਾਂ ਉਹ ਖੁਦ ਪ੍ਰੀਤ ਦਾ ਖਹਿੜਾ ਛੱਡ ਦੇਵੇ, ਨਹੀਂ ਤਾਂ ਆਪਣੇ ਭਰਾਵਾਂ ਤੋਂ ਉਸਦੀਆਂ ਲੱਤਾਂ ਤੁੜਵਾ ਦੇਵੇਗੀ। ਅਤੇ ਉਸ ਤੋਂ ਅਗਲੇ ਦਿਨ ਹੀ ਜੱਸੀ ਨੇ ਪ੍ਰੀਤ ਨੂੰ ਛੱਡ ਦਿੱਤਾ ਸੀ। ਪ੍ਰੀਤ ਨੇ ਬਹੁਤ ਤਰਲੇ ਕੀਤੇ ਸੀ, ਪਰ ਜੱਸੀ ਨੇ ਉਸਨੂੰ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਪ੍ਰੀਤ ਦਾ ਆਪਦਾ ਖਰਚਾ ਮਸਾ ਚੁੱਕਦਾ ਹੈ, ਉਹਦਾ ਕਿੱਥੋਂ ਚੁੱਕ ਲਵੇਗਾ।
ਜੱਸੀ ਨੇ ਕਿਹਾ ਸੀ ਕਿ ਉਹ ਤਾਂ ਕਿਸੇ ਅਮੀਰ ਖਾਨਦਾਨ ਵਿੱਚ ਵਿਆਹ ਕਰਵਾਏਗੀ ਜੋ ਪ੍ਰੀਤ ਵਾਂਗ ਰਾਤਾਂ ਦੀਆਂ ਡਿਊਟੀਆਂ ਨਹੀਂ ਕਰੂਗਾ, ਬਲਕਿ ਉਸਨੂੰ ਰਾਣੀ ਬਣਾ ਕੇ ਰੱਖੇਗਾ। ਭਾਵੇਂ ਉਸਨੇ ਇਹ ਸਭ ਝੂਠ ਕਿਹਾ ਸੀ, ਪਰ ਪ੍ਰੀਤ ਨਾਲ ਧੋਖਾ ਕੀਤੇ ਦਾ ਦੁੱਖ ਅੱਜ ਵੀ ਉਸਦੇ ਦਿਲ ਵਿੱਚ ਦੱਬਿਆ ਹੋਇਆ ਸੀ ਅਤੇ ਉਸਨੇ ਆਪਣੀ ਧੀ ਦਾ ਨਾਮ ਮੰਨੂ ਰੱਖ ਕੇ ਇਹ ਦੁੱਖ ਨੂੰ ਆਪਣੀ ਪਹਿਚਾਣ ਬਣਾ ਲਿਆ ਸੀ। ਮੰਨੂ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ। ਇੱਧਰ ਜੱਸੀ ਦੀਆਂ ਪਰੇਸ਼ਾਨੀਆਂ ਵਿੱਚ ਵਾਧਾ ਹੋਣ ਲੱਗਦਾ ਹੈ। ਲੋਕਾਂ ਦੇ ਨਿੱਤ ਦੇ ਤਾਨਿਆਂ ਤੋਂ ਤੰਗ ਉਸਦੀ ਮਾਂ ਉਸਦਾ ਦੂਜਾ ਵਿਆਹ ਕਰਵਾਉਣ ਚਾਹੁੰਦੀ ਹੈ, ਪਰ ਜੱਸੀ ਇਸ ਲਈ ਰਾਜ਼ੀ ਨਹੀਂ ਹੁੰਦੀ। ਇਸੇ ਗੱਲ ਕਰਕੇ ਜੱਸੀ ਦੀ ਮਾਂ ਉਸਨੂੰ ਹਰ ਤੀਸਰੇ ਚੌਥੇ ਦਿਨ ਕੁੱਟ ਛੱਡਦੀ ਸੀ, ਪਰ ਜੱਸੀ ਚੁੱਪਚਾਪ ਸਭ ਝੱਲ ਜਾਂਦੀ, ਕਿਉਂਕਿ ਉਸ ਕੋਲ ਇਸ ਘਰ ਤੋਂ ਬਿਨਾਂ ਕੋਈ ਛੱਤ ਨਹੀਂ ਸੀ। ਫਿਰ ਅਚਾਨਕ ਉਹ ਵਿਆਹ ਲਈ ਰਾਜ਼ੀ ਹੋ ਜਾਂਦੀ। ਉਹ ਇਹ ਸੋਚ ਲੈਂਦੀ ਹੈ ਕਿ ਸ਼ਾਇਦ ਉੱਥੇ ਉਸਨੂੰ ਅਤੇ ਉਸਦੀ ਧੀ ਨੂੰ ਸੁੱਖ ਦੀ ਜ਼ਿੰਦਗੀ ਮਿਲ ਜਾਵੇਗੀ। ਕੁਝ ਸਮੇਂ ਬਾਅਦ ਹੀ ਉਸਨੂੰ ਦੇਖਣ ਆਉਂਦੇ ਹਨ ਅਤੇ ਉਹਨਾਂ ਨੂੰ ਜੱਸੀ ਪਸੰਦ ਵੀ ਆ ਜਾਂਦੀ, ਪਰ ਉਹ ਮੰਨੂ ਨੂੰ ਨਾਲ ਨਹੀਂ ਲਿਜਾਣਾ ਚਾਹੁੰਦੇ ਸਨ। ਇਹ ਗੱਲ ਸੁਣ ਕੇ ਜੱਸੀ ਦਾ ਮਨ ਵਿਆਹ ਤੋਂ ਫਿਰ ਡੋਲ ਜਾਂਦਾ ਹੈ, ਪਰ ਉਸਦੀ ਮਾਂ ਉਸਦੇ ਕੁਝ ਕਹਿਣ ਤੋਂ ਪਹਿਲਾਂ ਹੀ ਵਿਆਹ ਲਈ ਹਾਮੀ ਭਰ ਦਿੰਦੀ ਹੈ ਅਤੇ ਉਹ ਰਿਸ਼ਤਾ ਪੱਕਾ ਕਰਕੇ ਚਲੇ ਜਾਂਦੇ ਹਨ। ਜੱਸੀ ਉਹਨਾਂ ਦੇ ਜਾਣ ਤੋਂ ਬਾਅਦ ਰਿਸ਼ਤੇ ਦਾ ਵਿਰੋਧ ਕਰਦੀ, ਪਰ ਉਸਦੀ ਮਾਂ ਕਹਿੰਦੀ ਹੈ ਕਿ ਉਹ ਮੰਨੂ ਨੂੰ ਸਾਂਭ ਲਵੇਗੀ। ਪਰ ਜੱਸੀ ਜਾਣਦੀ ਹੈ ਕਿ ਉਸ ਤੋਂ ਬਾਅਦ ਉਸਦੀ ਧੀ ਦੀ ਕੀ ਹਾਲਤ ਹੋਵੇਗੀ। ਉਸਦੀ ਧੀ ਵੀ ਉਸੇ ਤਰ੍ਹਾਂ ਹੀ ਇਸ ਘਰ ਦੀ ਨੌਕਰਾਨੀ ਬਣ ਜਾਵੇਗੀ, ਜਿਸ ਤੋਂ ਕਿ 24 ਘੰਟੇ ਕੰਮ ਕਰਵਾਇਆ ਜਾਏਗਾ ਅਤੇ ਉਹ ਹਮੇਸ਼ਾ ਲਈ ਇੱਕ ਗੁਲਾਮਾਂ ਵਾਲੀ ਜ਼ਿੰਦਗੀ ਜੀਵੇਗੀ। ਮੰਨੂ ਦਾ ਚਿਹਰਾ ਉਹਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਦਾ ਹੈ। ਜੱਸੀ ਨੂੰ ਮੰਨੂ ਉਸਦੇ ਰੂਪ ਵਿੱਚ ਖੜੀ ਦਿਖਦੀ ਹੈ। ਜੱਸੀ ਤੁਰੰਤ ਹੀ ਫੈਸਲਾ ਕਰਦੀ ਹੈ ਕਿ ਮੰਨੂ ਨੂੰ ਸਕੂਲੋਂ ਕੱਢ ਲਿਆਵੇਗੀ ਅਤੇ ਦੋਨਾਂ ਦੀ ਜ਼ਿੰਦਗੀ ਖਤਮ ਕਰ ਦੇਵੇਗੀ। ਉਹ ਉਸੇ ਵਕਤ ਬਠਿੰਡੇ ਵਾਲੀ ਬੱਸ ਚੜ੍ਹਦੀ ਹੈ ਤੇ ਮੰਨੂ ਦੀ ਛੁੱਟੀ ਹੋਣ ਦੇ ਟਾਈਮ ਤੱਕ ਸਕੂਲ ਪਹੁੰਚ ਜਾਂਦੀ ਹੈ। ਸਕੂਲ ਪਹੁੰਚਣ 'ਤੇ ਉਸਨੂੰ ਪਤਾ ਲੱਗਦਾ ਹੈ ਕਿ ਮੰਨੂ ਦੀ ਕਲਾਸ ਦੀ ਛੁੱਟੀ ਅੱਜ ਪਹਿਲਾਂ ਹੀ ਹੋ ਗਈ ਸੀ। ਜੱਸੀ ਤੁਰੰਤ ਹੋਸਟਲ ਪਹੁੰਚਦੀ ਹੈ, ਜੋ ਕਿ ਸਕੂਲ ਦੇ ਨਾਲ ਹੀ ਸੀ, ਪਰ ਹੋਸਟਲ ਵਿੱਚ ਪਹੁੰਚ ਕੇ ਉਸਦੇ ਹੋਸ਼ ਉੱਡ ਜਾਂਦੇ ਹਨ। ਉੱਥੇ ਪਹੁੰਚ ਕੇ ਉਸਨੂੰ ਪਤਾ ਲੱਗਦਾ ਹੈ ਕਿ ਮੰਨੂ ਨਾਮ ਦੀ ਕੋਈ ਵੀ ਲੜਕੀ ਹੋਸਟਲ ਵਿੱਚ ਨਹੀਂ ਰਹਿੰਦੀ। ਜੱਸੀ ਦਾ ਦਿਲ ਘਬਰਾਉਣ ਲੱਗਦਾ ਹੈ, ਉਸਦੇ ਮਨ ਵਿੱਚ ਬੁਰੇ ਖਿਆਲ ਆਉਣ ਲੱਗਦੇ। ਉਹ ਹੋਸਟਲ ਦੇ ਫੋਨ ਤੋਂ ਤੁਰੰਤ ਹੀ ਪ੍ਰਿਤਪਾਲ ਨੂੰ ਫੋਨ ਲਾਉਂਦੀ ਹੈ ਅਤੇ ਮੰਨੂ ਬਾਰੇ ਪੁੱਛਦੀ ਹੈ। ਪ੍ਰਿਤਪਾਲ ਉਸਨੂੰ ਕਹਿੰਦਾ ਉੱਥੇ ਹੀ ਰੁਕੇ, ਥੋੜ੍ਹੀ ਦੇਰ ਵਿੱਚ ਆਉਂਦਾ। ਕੁਝ ਵਕਤ ਬਾਅਦ ਪ੍ਰਿਤਪਾਲ ਗੱਡੀ 'ਤੇ ਜੱਸੀ ਕੋਲ ਆਉਂਦਾ ਅਤੇ ਉਸਨੂੰ ਉਹਦੇ ਨਾਲ ਚੱਲਣ ਲਈ ਕਹਿੰਦਾ। ਕੁਝ 15-20 ਮਿੰਟ ਬਾਅਦ ਹੀ ਉਹ ਇੱਕ ਕਲੋਨੀ ਵਿੱਚ ਪਹੁੰਚਦੇ ਹਨ ਅਤੇ ਪ੍ਰਿਤਪਾਲ ਉਸਨੂੰ ਆਪਣੇ ਘਰ ਲੈ ਆਉਂਦਾ। ਜਦੋਂ ਉਹ ਘਰ ਅੰਦਰ ਜਾਂਦੇ ਹਨ ਤਾਂ ਜੱਸੀ ਨੂੰ ਇੱਕ ਹੋਰ ਝਟਕਾ ਲੱਗਦਾ। ਪ੍ਰਿਤਪਾਲ ਦੇ ਘਰ ਵਾਲੀ ਨੂੰ ਦੇਖ ਕੇ ਉਹ ਇੱਕ ਵਾਰ ਸੁੰਨ ਹੋ ਜਾਂਦੀ ਹੈ, ਕਿਉਂਕਿ ਇਹ ਅਮਨ ਸੀ। ਪਰ ਜੱਸੀ ਜਿਸ ਨੂੰ ਲੱਭ ਰਹੀ ਸੀ ਉਹ ਉਸਨੂੰ ਹਲੇ ਤੱਕ ਨਹੀਂ ਮਿਲੀ। ਉਹ ਪ੍ਰਿਤਪਾਲ ਤੋਂ ਮੰਨੂ ਬਾਰੇ ਪੁੱਛਦੀ ਹੈ। ਪ੍ਰਿਤਪਾਲ ਅਮਨ ਤੋਂ ਪੁੱਛਦਾ ਹੈ। ਅਮਨ ਕਹਿੰਦੀ ਹੈ ਕਿ ਉਹ ਸਾਹਮਣੇ ਘਰ ਵਿੱਚ ਹੈ। ਜੱਸੀ ਤੁਰੰਤ ਉਸ ਘਰ ਵੱਲ ਭੱਜਦੀ ਹੈ ਅਤੇ ਅੰਦਰ ਪਹੁੰਚ ਕੇ ਉਹ ਵੇਖਦੀ ਹੈ ਉਸਦੀ ਧੀ ਕਿਸੇ ਆਦਮੀ ਨਾਲ ਖੇਡ ਰਹੀ ਅਤੇ ਇਹ ਆਦਮੀ ਪ੍ਰੀਤ ਹੁੰਦਾ। ਜੱਸੀ ਪ੍ਰੀਤ ਨੂੰ ਦੇਖ ਹੈਰਾਨ ਰਹਿ ਜਾਂਦੀ, ਪਰ ਉਹ ਪ੍ਰੀਤ ਨੂੰ ਕੁਝ ਕਹੇ ਬਿਨਾਂ ਹੀ ਮੰਨੂ ਨੂੰ ਗੋਦੀ ਚੁੱਕ ਕੇ ਤੁਰ ਪੈਂਦੀ। ਪ੍ਰੀਤ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਉਸਦੀ ਨਹੀਂ ਸੁਣਦੀ। ਫਿਰ ਅਮਨ ਉਸਦੀ ਬਾਂਹ ਫੜ ਕੇ ਰੋਕ ਲੈਂਦੀ ਹੈ। ਜੱਸੀ ਕਹਿੰਦੀ ਕਿ ਉਹ ਉੱਥੇ ਨਹੀਂ ਰੁਕ ਸਕਦੀ। ਅਮਨ ਕਹਿੰਦੀ ਹੈ ਕਿ ਜਿਸ ਪ੍ਰੀਤ ਤੋਂ ਉਹ ਦੂਰ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਉਹੀ ਪ੍ਰੀਤ ਉਸਦੀ ਧੀ ਦੀ ਫੀਸ ਭਰ ਰਿਹਾ ਹੈ। ਇਹ ਸੁਣ ਕੇ ਜੱਸੀ ਹੈਰਾਨ ਹੋ ਜਾਂਦੀ ਹੈ। ਉਹ ਪ੍ਰਿਤਪਾਲ ਨੂੰ ਪੁੱਛਦੀ ਹੈ ਕਿ ਉਸਨੇ ਕਿਹਾ ਸੀ ਪੜ੍ਹਾਈ ਫ੍ਰੀ ਹੈ। ਪ੍ਰਿਤਪਾਲ ਉਸਨੂੰ ਦੱਸਦਾ ਹੈ ਕਿ ਪ੍ਰੀਤ ਨੇ ਉਸਨੂੰ ਅਜਿਹਾ ਕਹਿਣ ਲਈ ਕਿਹਾ ਸੀ। ਜੱਸੀ ਇਹ ਸੁਣ ਕੇ ਰੋ ਪੈਂਦੀ ਹੈ ਤੇ ਪ੍ਰੀਤ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ। ਜੱਸੀ ਰੋਂਦੀ ਹੋਈ ਉਸਨੂੰ ਕਹਿੰਦੀ ਹੈ ਕਿ ਉਸਨੇ ਤਾਂ ਪ੍ਰੀਤ ਨਾਲ ਇੰਨਾ ਬੁਰਾ ਕੀਤਾ, ਉਸਨੇ ਪ੍ਰੀਤ ਨੂੰ ਧੋਖਾ ਦਿੱਤਾ, ਫਿਰ ਵੀ ਉਹ ਉਸ ਲਈ ਇੰਨਾ ਕੁਝ ਕਰ ਰਿਹਾ ਹੈ, ਕਿਉਂ? ਪ੍ਰੀਤ ਉਸਨੂੰ ਦੱਸਦਾ ਹੈ ਕਿ ਉਸਨੂੰ ਸਭ ਸੱਚ ਪਤਾ ਲੱਗ ਗਿਆ ਸੀ ਕਿ ਜੱਸੀ ਨੇ ਜਾਣਬੁੱਝ ਕੇ ਉਸ ਨਾਲ ਅਜਿਹਾ ਕੀਤਾ ਸੀ ਤਾਂ ਕਿ ਉਸਨੂੰ ਕੋਈ ਨੁਕਸਾਨ ਨਾ ਹੋਵੇ।
ਪਰ ਜਦੋਂ ਤੱਕ ਉਸਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਉਸ ਵਕਤ ਜੱਸੀ ਦਾ ਵਿਆਹ ਹੋ ਗਿਆ ਸੀ ਅਤੇ ਪ੍ਰੀਤ ਇਹ ਵੀ ਦੱਸਦਾ ਹੈ ਕਿ ਉਹਨਾਂ ਦੋਵਾਂ ਦੀ ਤਸਵੀਰ ਉਸਦੇ ਘਰ ਨਿੱਕੀ ਨੇ ਉਸਦੇ ਪਿੰਡ ਦੀ ਕੁੜੀ ਦੇ ਹੱਥ ਭੇਜੀ ਸੀ। ਇਹ ਸਭ ਹੋਣ ਤੋਂ ਬਾਅਦ ਪ੍ਰੀਤ ਜੱਸੀ ਨੂੰ ਵਿਆਹ ਲਈ ਪੁੱਛਦਾ ਅਤੇ ਜੱਸੀ ਵੀ ਰਾਜ਼ੀ ਹੋ ਜਾਂਦੀ ਹੈ ਅਤੇ ਆਖਰ ਨੂੰ ਜੱਸੀ ਦਾ ਉਸਦਾ ਗਵਾਚਿਆ ख्वाब ਲੱਭ ਜਾਂਦਾ। ਇਹ ਸੀ ਜੀ ਕਹਾਣੀ ਦਾ ਦੂਜਾ ਭਾਗ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਹੋਰ ਕਹਾਣੀਆਂ ਪੜ੍ਹਨ ਦੇ ਲਈ, ਨਵੇਂ ਤੇ ਪੁਰਾਣੇ ਲੇਖਕਾਂ ਦੀ ਕਹਾਣੀਆਂ ਪੜ੍ਹਨ ਲਈ ਪਲੀਜ਼ ਵਿਜ਼ਿਟ www.punjabilibrary.com and please subscribe our channel on YouTube and don't forget to click on the bell icon on the screen. Thank you so much. Take care. Sat Sri Akal.